ਅਸੀਂ ਬੀਜੇਪੀ ਦਫ਼ਤਰ ਦੇ ਬਾਹਰ 5 ਜੂਨ ਨੂੰ ਬਿੱਲ ਦੀ ਕਾਪੀਆਂ ਸਾੜਾਂਗੇ ਕਿਉਂਕਿ ਇਸੇ ਦਿਨ ਪਿਛਲੇ ਸਾਲ ਇਹ ਆਰਡੀਨੈਂਸ ਪਾਸ ਕੀਤੇ ਗਏ ਸੀਗੇ ਤੇ ਮੋਦੀ ਭਗਤਾਂ ਨੂੰ ਅੰਧ ਭਗਤਾਂ ਨੂੰ ਜਿਨ੍ਹਾਂ ਨੂੰ ਵੀ ਵਹਿਮ ਹੈ ਕਿ ਹਾਂ ਕਿ ਜੀ ਕਿਸਾਨ ਨਹੀਂ ਗਏ ਕੋਈ ਹੋਰ ਨੇ ਇਹ ਉਹ ਆ ਉਹਨਾਂ ਦੇ ਸਾਰੇ ਦਾ ਵਹਿਮ ਕੱਢ ਦਾਂਗੇ। ਪਰ ਬੀਜੇਪੀ ਵਾਲੇ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਐਤਕੀ ਸੀਟਾਂ ਸਾਰੀਆਂ ਅਸੀਂ ਲੈ ਕੇ ਜਾਣੀਆਂ ਨੇ। ਤੁਸੀਂ ਸੁਣਿਆ ਹੋਣਾ ਐਡਾ ਦਾਅਵੇ ਦੇ ਨਾਲ ਕਹਿੰਦੇ ਨੇ ਉਹ ਵੀ ਹਾਂ ਅਸੀਂ ਲੈ ਕੇ ਜਾਵਾਂਗੇ ਜੋ ਕੁਝ ਮਰਜ਼ੀ ਹੋ ਜਾਵੇ। ਇਹ ਓਪਨ ਚੈਲੰਜ ਹੈ ਜੀ। ਅਸੀਂ ਤਾਂ ਕਹਿੰਦੇ ਆ ਕਿ ਸੀਟਾਂ ਛੱਡੋ, ਪ੍ਰਧਾਨ ਮੰਤਰੀ ਦੇਸ਼ ਦਾ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਹੁੰਦਾ, ਸਭ ਤੋਂ ਵੱਡਾ ਅਹੁਦਾ, ਦੂਜਾ ਹੋਮ ਮਿਨਿਸਟਰ। ਪੰਜਾਬ ਤੇ ਹਰਿਆਣੇ 'ਚ ਛੋਟਾ ਜਿਹਾ ਇਵੈਂਟ ਵੀ ਕਰਾ ਕੇ ਦਿਖਾ ਦਿਓ, ਉਹਨਾਂ ਨੂੰ ਓਪਨ ਚੈਲੰਜ ਦਿੰਦੇ ਆ ਜੀ ਅਸੀਂ। ਲੱਗਦਾ ਕਿ ਵੀ ਹਾਂ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਵੀ ਤੁਹਾਨੂੰ ਇੱਦਾਂ ਦਾ ਕੁਝ ਕਰਨਾ ਚਾਹੀਦਾ ਵੀ ਪ੍ਰਧਾਨ ਮੰਤਰੀ ਜੀ ਮੀਡੀਆ ਨਾਲ ਵੀ ਗੱਲ ਕਰੋ। ਉਹਨਾਂ ਦੇ ਬੱਚਿਆਂ ਨੂੰ ਕਹਿੰਦਾ ਕਿ ਜਿਹੜੇ ਮੁਸ਼ਕਿਲ ਸਵਾਲ ਹੋਤੇ ਹੈ ਬਾਅਦ ਵਿੱਚ ਕਰਨਾ ਪਹਿਲੇ ਆਸਾਨ ਹੋਤੇ ਹੈ। ਜਣਾ ਖਣਾ ਐਮਐਲਏ ਬੀਜੇਪੀ ਜੇਜੇਪੀ ਦਾ ਸਾਡੇ ਤਾਂ ਇੱਥੇ ਵੜਨ ਨਹੀਂ ਦਿੱਤਾ ਗਿਆ ਬੀਜੇਪੀ ਵਾਲਿਆਂ ਨੂੰ, ਪਿਛਲੀ ਵਾਰ ਵੀ ਨਹੀਂ ਵੜਨ ਦਿੱਤਾ ਤੇ ਐਤਕੀ ਦਾ ਜਮਾ ਹੀ ਸਫਾਇਆ ਕਰ ਦੇਣਾ ਬੀਜੇਪੀ ਦਾ। ਇੱਥੇ ਤਾਂ ਇਲੈਕਸ਼ਨ ਖੜਨ ਲਈ ਕੰਪੇਨ ਨਹੀਂ ਕਰਨ ਦਿੱਤੀ ਜਾਵੇਗੀ ਬੀਜੇਪੀ ਨੂੰ। ਲਗਾਤਾਰ 6 ਮਹੀਨੇ ਤੋਂ ਵੱਧ ਸਮਾਂ ਕਿਸਾਨਾਂ ਨੂੰ ਹੋ ਚੁੱਕਿਆ, ਹਾਲੇ ਤੱਕ ਕੇਂਦਰ ਸਰਕਾਰ ਨੇ ਸੁਣੀ ਨਹੀਂ ਉਹਨਾਂ ਦੀ। ਹੁਣ ਕੀ ਲੱਗਦਾ ਸੁਣ ਲੂਗੀ ਸਰਕਾਰ? ਭਗਤ ਸਿੰਘ ਨੇ ਧਮਾਕਾ ਕੀਤਾ ਸੀਗਾ ਪਾਰਲੀਮੈਂਟ 'ਚ ਤੇ ਉਹਨੇ ਕਿਹਾ ਸੀ ਗੂੰਗੇ ਬਹਿਰੇ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਸਾਡਾ ਧਮਾਕਾ ਸਾਡੀ ਆਵਾਜ਼ ਹੈ। ਸਰਕਾਰ ਤੰਗ ਕਰਨ ਲਈ ਜਾਣਬੁੱਝ ਕੇ 3 ਤੋਂ 4 ਘੰਟੇ ਲਈ ਉੱਥੇ ਬਿਜਲੀ ਦਾ ਕੱਟ ਲਾਉਂਦੀ ਹੈ ਦੁਪਹਿਰੇ 2-3 ਵਜੇ ਤਾਂ ਕਿ ਇਹਨਾਂ ਨੂੰ ਪਰੇਸ਼ਾਨ ਕਰੀਏ, ਇਹਨਾਂ ਦਾ ਪੇਸ਼ੈਂਸ ਟੈਸਟ ਕਰੀਏ, ਇਹਨਾਂ ਨੂੰ ਭਜਾਈਏ ਇੱਥੋਂ ਕਿ ਅੱਕ ਕੇ ਭੱਜਣ। ਸੰਘਰਸ਼ ਜਿਹੜਾ ਆ ਤੇਜ਼ ਤਾਂ ਹੋ ਰਿਹਾ ਵਾ ਲੇਕਿਨ ਇਹ ਸਰਕਾਰ ਦੀ ਜਿਹੜੇ ਆ ਕੰਨ ਤੇ ਜੂੰ ਨਹੀਂ ਸਰਕ ਰਹੀ। ਸਰ ਇਹ ਸੰਘਰਸ਼ ਇਸ ਟਾਈਮ ਉਹ ਬਾਲ ਵਰਗਾ ਜਿਹਨੂੰ ਜਿੰਨੀ ਜ਼ੋਰ ਦੀ ਥੱਲੇ ਸਿੱਟੂਗੇ ਉਨਾ ਜ਼ਿਆਦਾ ਉਹ ਬਾਉਂਸ ਬੈਕ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਲਗਾਤਾਰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਹੋਏ ਨੇ, ਲਗਾਤਾਰ ਸੰਘਰਸ਼ ਕਰ ਰਹੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ। ਉੱਥੇ ਹੀ ਨਾਲ ਦੀ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕਾਨੂੰਨਾਂ ਜਿੰਨਾ ਜ਼ਿਕਰ ਰੱਦ ਨਹੀਂ ਕੀਤਾ ਜਾਊਗਾ, ਇਹ ਧਰਨਾ ਜਿਹੜਾ ਨਹੀਂ ਚੱਕਿਆ ਜਾਊਗਾ, ਇਸੇ ਤਰ੍ਹਾਂ ਜਿਹੜੇ ਆ ਪ੍ਰਦਰਸ਼ਨ ਚੱਲਦੇ ਰਹਿਣਗੇ। ਤਾਂ ਜੇ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਦੇ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਜਾਗਦੀ ਜ਼ਮੀਰਾਂ ਵਾਲੇ ਨੇ ਉਹ ਸਾਰੇ ਜਿਹੜੇ ਨੇ ਆਪਦੇ ਕਿਸਾਨਾਂ ਦੇ ਲਈ ਜਿਹੜਾ ਪ੍ਰੋਟੈਸਟ ਕਰ ਰਹੇ ਨੇ। ਤਾਂ ਆਰਤੀ ਚੌਂਕ ਦੇ ਵਿੱਚ ਮੌਜੂਦ ਆ ਲੁਧਿਆਣੇ ਦੇ, ਤੇ ਇੱਥੇ ਨੌਜਵਾਨ ਮੌਜੂਦ ਨੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਖੜੇ ਹੋਏ ਨੇ, ਕਿਸਾਨਾਂ ਦੀ ਸਪੋਰਟ ਦੇ ਵਿੱਚ ਇੱਥੇ ਖੜੇ ਹੋਏ ਨੇ। ਲਗਾਤਾਰ ਕਈ ਮਹੀਨਿਆਂ ਤੋਂ ਇਹ ਵੀ ਜਿਹੜੇ ਕਿਸਾਨਾਂ ਦੇ ਨਾਲ ਸੰਘਰਸ਼ ਕਰ ਰਹੇ ਨੇ। ਜਿੱਥੇ ਬਾਹਰਲੀਆਂ ਸਟੇਟਾਂ ਦੇ ਵਿੱਚ, ਪੰਜਾਬ ਤੋਂ ਬਾਹਰਲੇ ਸਟੇਟਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਲਗਾਤਾਰ ਆਪਣਾ ਸੰਘਰਸ਼ ਕਰ ਰਹੇ ਨੇ। ਔਰ ਇਕੱਲੇ ਕਿਸਾਨ ਨਹੀਂ, ਕਿਸਾਨਾਂ ਦੇ ਨਾਲ ਆਮ ਪਬਲਿਕ ਵੀ ਜਿਹੜੀ ਹੈ ਆ ਜੁੜੀ ਹੈ। ਤਾਂ ਇਹ ਨੌਜਵਾਨ ਵੀ ਜਿਹੜੇ ਆਰਤੀ ਚੌਂਕ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਜਿਹੜੇ ਹੈ ਪ੍ਰੋਟੈਸਟ ਕਰ ਰਹੇ ਨੇ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਖੜੇ ਹੋਏ ਨੇ। ਤਾਂ ਤਖਤੀਆਂ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ। ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਵੀਰ ਜੀ, ਇੰਨਾ ਟੈਂਪਰੇਚਰ ਹੋ ਚੁੱਕਿਆ, ਇੰਨੀ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ, ਤੁਸੀਂ ਤੇ ਖੜੇ ਹੋ, ਲਗਾਤਾਰ 6 ਮਹੀਨੇ ਤੋਂ ਵੱਧ ਸਮਾਂ ਕਿਸਾਨਾਂ ਨੂੰ ਹੋ ਚੁੱਕਿਆ, ਹਾਲੇ ਤੱਕ ਕੇਂਦਰ ਸਰਕਾਰ ਨੇ ਸੁਣੀ ਨਹੀਂ ਉਹਨਾਂ ਦੀ। ਹੁਣ ਕੀ ਲੱਗਦਾ ਸੁਣ ਲੂਗੀ ਸਰਕਾਰ? ਜੀ ਸਰਕਾਰ ਨੂੰ ਜਿਵੇਂ ਭਗਤ ਸਿੰਘ ਨੇ ਧਮਾਕਾ ਕੀਤਾ ਸੀਗਾ ਪਾਰਲੀਮੈਂਟ 'ਚ ਤੇ ਉਹਨੇ ਕਿਹਾ ਸੀ ਗੂੰਗੇ ਬਹਿਰੇ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਸਾਡਾ ਧਮਾਕਾ ਸਾਡੀ ਆਵਾਜ਼ ਹੈ। ਅਸੀਂ ਲਗਾਤਾਰ ਜਦ ਤੱਕ ਵੀ ਅੰਦੋਲਨ ਚੱਲੇਗਾ ਅਸੀਂ ਕਿਸਾਨਾਂ ਦੇ ਹਮਾਇਤੀ ਬਣ ਕੇ ਇੱਥੇ ਖੜੇ ਰਵਾਂਗੇ। ਉਹਨਾਂ ਦੀ ਸਪੋਰਟ 'ਚ 40 ਡਿਗਰੀ ਜੀ ਸਾਨੂੰ ਕੁਛ ਨਹੀਂ ਕਹਿੰਦੀ ਧੁੱਪ ਹੈ। ਜੱਟਾਂ ਦੇ ਮੁੰਡੇ ਤਾਂ ਧੁੱਪੇ ਬੈਠ ਕਰਕੇ ਪੱਕੇ ਹੁੰਦੇ ਰੰਗ ਉਹਨਾਂ ਦੇ। ਸਾਨੂੰ ਮਿਹਨਤ ਦਾ ਜਜ਼ਬਾ ਸਾਡੇ ਵਿੱਚ ਹੈਗਾ। ਅਸੀਂ ਅੰਦੋਲਨ ਲਈ ਸੀਰੀਅਸ ਹਾਂ। ਅਸੀਂ ਦਿਲੋਂ ਕਰਦੇ ਹਾਂ, ਅੰਦੋਲਨ ਦੇ ਨਾਲ ਜੁੜੇ ਹੋਏ ਹਾਂ। ਸਾਨੂੰ ਪਤਾ ਹੈ ਕਿ ਸਾਡੇ ਬਜ਼ੁਰਗ ਬੇਬੇ ਉੱਥੇ ਬਾਰਡਰਾਂ ਤੇ ਬੈਠੇ ਆ। ਤੁਹਾਨੂੰ ਪਤਾ ਜਦ ਕੋਲੇ ਵਾਲੀ ਸੜਕ ਆਹ ਜਿਹੜੀ ਜਿੱਥੇ ਤੁਸੀਂ ਬਹਿੰਦੇ ਹੋ, ਜਿੱਥੇ ਉਹਨਾਂ ਨੇ ਮੰਜੇ ਢਾ ਕੇ ਬੈਠੇ ਆ, ਇਹ ਦਿਨ ਵੇਲੇ ਇੰਨੀ ਜ਼ਿਆਦਾ ਤਪ ਜਾਂਦੀ ਹੈ ਤੇ ਸਰਕਾਰ ਤੰਗ ਕਰਨ ਲਈ ਜਾਣਬੁੱਝ ਕੇ 3 ਤੋਂ 4 ਘੰਟੇ ਲਈ ਉੱਥੇ ਬਿਜਲੀ ਦਾ ਕੱਟ ਲਾਉਂਦੀ ਹੈ ਦੁਪਹਿਰੇ 2-3 ਵਜੇ ਤਾਂ ਕਿ ਇਹਨਾਂ ਨੂੰ ਪਰੇਸ਼ਾਨ ਕਰੀਏ, ਇਹਨਾਂ ਦਾ ਪੇਸ਼ੈਂਸ ਟੈਸਟ ਕਰੀਏ, ਇਹਨਾਂ ਨੂੰ ਭਜਾਈਏ ਇੱਥੋਂ ਕਿ ਅੱਕ ਕੇ ਭੱਜਣ। ਪਰ ਇਹ ਅੱਕਣ ਵਾਲੀ ਕੌਮ ਨਹੀਂ, ਡਰਨ ਵਾਲੀ ਕੌਮ ਨਹੀਂ ਗੀ। ਅਸੀਂ ਜਿੱਤ ਕੇ ਜਾਵਾਂਗੇ। ਅਸੀਂ ਅੰਦੋਲਨ ਕਰਦੇ ਰਵਾਂਗੇ, ਚਾਹੇ ਸਾਲ ਲੱਗੇ 1.5 ਸਾਲ ਲੱਗੇ, ਅਸੀਂ ਨਹੀਂ ਪਿੱਛੇ ਹਟਦੇ ਜੀ। ਤੁਸੀਂ ਦੇਖਿਆ ਹੋਣਾ ਬੀਜੇਪੀ ਦੇ ਜਿੰਨੇ ਵਰਕਰ ਹੋਣਗੇ ਜਾਂ ਬੀਜੇਪੀ ਦੇ ਆਗੂ ਵਿਧਾਇਕ ਨੇ ਜਿੱਥੇ ਪਹੁੰਚ ਜਿਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਆ। ਹਰਿਆਣੇ ਦੇ ਵਿੱਚ ਜ਼ਿਆਦਾ ਵਿਰੋਧ ਹੋ ਰਿਹਾ, ਪੰਜਾਬ ਦੇ ਵਿੱਚ ਵੀ ਵਿਰੋਧ ਕੀਤਾ ਜਾਂਦਾ। ਹਰਿਆਣੇ 'ਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਤੁਹਾਨੂੰ ਕੀ ਲੱਗਦਾ ਇੰਨਾ ਜ਼ਿਆਦਾ ਕਿਉਂ ਹੋ ਰਿਹਾ ਵਾ? ਜੀ ਉੱਥੇ ਹਰਿਆਣੇ 'ਚ ਜ਼ਿਆਦਾ ਵਿਰੋਧ ਇਸ ਲਈ ਹੈ ਕਿਉਂਕਿ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਆ। ਜਣਾ ਖਣਾ ਐਮਐਲਏ ਬੀਜੇਪੀ ਜੇਜੇਪੀ ਦਾ ਸਾਡੇ ਤਾਂ ਇੱਥੇ ਵੜਨ ਨਹੀਂ ਦਿੱਤਾ ਗਿਆ ਬੀਜੇਪੀ ਵਾਲਿਆਂ ਨੂੰ, ਪਿਛਲੀ ਵਾਰ ਵੀ ਨਹੀਂ ਵੜਨ ਦਿੱਤਾ ਤੇ ਐਤਕੀ ਦਾ ਜਮਾ ਹੀ ਸਫਾਇਆ ਕਰ ਦੇਣਾ ਬੀਜੇਪੀ ਦਾ। ਇੱਥੇ ਤਾਂ ਇਲੈਕਸ਼ਨ ਖੜਨ ਲਈ ਕੰਪੇਨ ਨਹੀਂ ਕਰਨ ਦਿੱਤੀ ਜਾਵੇਗੀ ਬੀਜੇਪੀ ਨੂੰ। ਲੁਧਿਆਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਬੰਦਾ ਆਵੇਗਾ ਉਹਨਾਂ ਦਾ ਡਟ ਕੇ ਵਿਰੋਧ ਹੋਵੇਗਾ। ਅਸੀਂ 5 ਤਰੀਕ ਨੂੰ ਇੱਥੇ ਇੱਕ ਸਮਾਗਮ ਰੱਖਿਆ ਬੀਜੇਪੀ ਆਫਿਸ ਤੇ ਮੋਦੀ ਭਗਤਾਂ ਨੂੰ ਅੰਧ ਭਗਤਾਂ ਨੂੰ ਜਿਨ੍ਹਾਂ ਨੂੰ ਵੀ ਵਹਿਮ ਹੈ ਕਿ ਹਾਂ ਕਿ ਜੀ ਕਿਸਾਨ ਨਹੀਂ ਗਏ ਕੋਈ ਹੋਰ ਨੇ ਇਹ ਉਹ ਆ, ਉਹਨਾਂ ਦੇ ਸਾਰੇ ਦਾ ਵਹਿਮ ਕੱਢ ਦਾਂਗੇ। ਅਸੀਂ ਬੀਜੇਪੀ ਦਫ਼ਤਰ ਦੇ ਬਾਹਰ 5 ਜੂਨ ਨੂੰ ਬਿੱਲ ਦੀ ਕਾਪੀਆਂ ਸਾੜਾਂਗੇ ਕਿਉਂਕਿ ਇਸੇ ਦਿਨ ਪਿਛਲੇ ਸਾਲ ਇਹ ਆਰਡੀਨੈਂਸ ਪਾਸ ਕੀਤੇ ਗਏ ਸੀਗੇ। ਤੇ ਤੁਸੀਂ ਦੇਖਿਆ ਹੋਣਾ ਕਿ ਜੇ ਕਹਿੰਦੇ ਆ ਕਿ ਇਹ ਰੀਅਲ ਫਾਰਮਰ ਨਹੀਂ ਗਏ, ਅਸਲੀ ਕਿਸਾਨ ਤਾਂ ਖੇਤ में है। ਇਹਨਾਂ ਨੂੰ ਬੀਜੇਪੀ ਆਈਟੀ ਸੈੱਲ ਨੂੰ ਇੱਕ ਲਾਈਨ ਮਿਲ ਗਈ ਹੈ, ਅਸਲੀ ਕਿਸਾਨ ਖੇਤ में है। ਜ਼ਰੂਰ ਜੀ, ਅਸਲੀ ਕਿਸਾਨ ਖੇਤ 'ਚ ਹੈ ਤੇ ਦੁੱਗਣੀ ਮਿਹਨਤ ਕਰ ਰਿਹਾ ਕਿਉਂਕਿ
ਉਹ ਆਪਣੇ ਭਾਈ ਬੰਦੂ ਦੀ ਜਿਹੜਾ ਬਾਰਡਰਾਂ ਤੇ ਡਟਿਆ ਹੋਇਆ ਉਹਦੇ ਵੀ 3 ਏਕੜ ਵਾਹੁੰਦਾ ਤੇ ਆਪਦੇ 3 ਏਕੜ ਵੀ ਵਾਹ ਕੇ ਮਦਦ ਕਰ ਰਿਹਾ ਤੇ ਇਹਦੀ ਡਿਊਟੀ ਲੱਗੀ ਹੋਈ ਹੈ ਕਿ ਜੇ ਕੋਈ ਬਾਰਡਰ ਤੇ ਬੈਠਾ ਉਹਦੀ ਜ਼ਮੀਨ ਵੀ ਦੀ ਵਾਹੀ ਵੀ ਜਿਹੜੇ ਪਿੱਛੇ ਬੈਠੇ ਕਿਸਾਨ ਆ ਉਹ ਕਰਨਗੇ। ਖੇਤਾਂ 'ਚ ਜਿਹੜੇ ਅਸਲੀ ਕਿਸਾਨ ਸੱਚੀ ਦੁੱਗਣੀ ਮਿਹਨਤ ਕਰ ਰਹੇ ਆ। ਨਹੀਂ ਉਧਰ ਬੀਜੇਪੀ ਵਾਲੇ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਐਤਕੀ ਸੀਟਾਂ ਸਾਰੀਆਂ ਅਸੀਂ ਲੈ ਕੇ ਜਾਣੀਆਂ ਨੇ। ਤੁਸੀਂ ਸੁਣਿਆ ਹੋਣਾ ਐਡਾ ਦਾਅਵੇ ਦੇ ਨਾਲ ਕਹਿੰਦੇ ਨੇ ਉਹ ਵੀ ਹਾਂ ਅਸੀਂ ਲੈ ਕੇ ਜਾਵਾਂਗੇ ਜੋ ਕੁਝ ਮਰਜ਼ੀ ਹੋ ਜਾਵੇ। ਜੀ ਓਪਨ ਚੈਲੰਜ ਹੈ ਜੀ। ਅਸੀਂ ਤਾਂ ਕਹਿੰਦੇ ਆ ਕਿ ਸੀਟਾਂ ਛੱਡੋ, ਪ੍ਰਧਾਨ ਮੰਤਰੀ ਦੇਸ਼ ਦਾ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਹੁੰਦਾ, ਸਭ ਤੋਂ ਵੱਡਾ ਅਹੁਦਾ, ਦੂਜਾ ਹੋਮ ਮਿਨਿਸਟਰ। ਪੰਜਾਬ ਤੇ ਹਰਿਆਣੇ 'ਚ ਛੋਟਾ ਜਿਹਾ ਇਵੈਂਟ ਵੀ ਕਰਾ ਕੇ ਦਿਖਾ ਦੇ, ਉਹਨਾਂ ਨੂੰ ਓਪਨ ਚੈਲੰਜ ਦਿੰਦੇ ਆ ਜੀ ਅਸੀਂ ਕੋਈ ਵੀ ਇੱਕ ਛੋਟਾ ਜਿਹਾ ਇਵੈਂਟ ਵੀ ਕਰਾ ਕੇ ਦਿਖਾ ਦਿੰਦੇ ਪੰਜਾਬ ਤੇ ਹਰਿਆਣੇ 'ਚ ਜਦ ਤੱਕ ਬਿੱਲ ਰਿਪੀਲ ਨਹੀਂ ਕਰਦੇ। ਤੁਹਾਨੂੰ ਨਹੀਂ ਲੱਗਦਾ ਕਿ ਵੀ ਹਾਂ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਵੀ ਤੁਹਾਨੂੰ ਇਦਾਂ ਦਾ ਕੁਝ ਕਰਨਾ ਚਾਹੀਦਾ ਵੀ ਪ੍ਰਧਾਨ ਮੰਤਰੀ ਜੀ ਮੀਡੀਆ ਨਾਲ ਵੀ ਗੱਲ ਕਰੋ? ਮੀਡੀਆ ਨਾਲ ਜੀ 7 ਸਾਲ ਨਹੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਹੁਣ ਕੀ ਕਰੂਗਾ? ਉਹਨਾਂ ਦੇ ਬੱਚਿਆਂ ਨੂੰ ਕਹਿੰਦਾ ਕਿ ਜਿਹੜੇ ਮੁਸ਼ਕਿਲ ਸਵਾਲ ਹੋਤੇ ਹੈ ਬਾਅਦ ਵਿੱਚ ਕਰਨਾ ਪਹਿਲੇ ਆਸਾਨ ਹੋਤੇ ਹੈ। ਉਹਦਾ ਸਵਾਲ ਕਹੇ ਜੇ ਆਸਾਨ ਦਾ ਕੋਈ ਸਵਾਲ ਹੈ ਹੀ ਨਹੀਂ। ਉਹਨਾਂ ਦਾ ਇਹ ਪੁੱਛ ਲਓ ਜੀ, ਉਹਨਾਂ ਦੇ ਸਪੋਕਸਪਰਸਨ ਸੰਬਿਤ ਪਾਤਰਾ ਜਿਹੜੇ ਨੈਸ਼ਨਲ ਸਪੋਕਸਪਰਸਨ ਉਹਨੂੰ ਪੁੱਛੇ ਕਿ ਇੰਡੀਆ ਦੇ ਵਿੱਚ ਸਟੇਟਾਂ ਕਿੰਨੀਆਂ, ਉਹ ਕਹਿੰਦਾ 30 ਸਟੇਟਾਂ ਦੀ 30। ਜਿਹੜਾ ਜਿਹਨੂੰ ਪਤਾ ਹੀ ਨਹੀਂ ਹੈ ਇੰਡੀਆ ਦੀ ਡੈਮੋਗ੍ਰਾਫਿਕਸ ਕੀ ਨੇ, ਜੀਓਗ੍ਰਾਫੀ ਕੀ ਹੈ, ਉਹ ਕੀ ਸਪੋਕਸਪਰਸਨ ਬਣੂਗਾ ਭਾਰਤੀ ਜਨਤਾ ਪਾਰਟੀ ਦਾ? ਇਹ ਭਾਰਤੀ ਜੁਮਲਾ ਪਾਰਟੀ ਹੈ ਤੇ ਅਸੀਂ ਸੰਘਰਸ਼ ਐਵੇਂ ਲੜਾਂਗੇ ਇਹਨਾਂ ਖਿਲਾਫ। ਬਈ ਤੁਸੀਂ ਕਹਿਣਾ ਚਾਹੋਗੇ ਨੌਜਵਾਨ ਕੀ ਸੋਚਦਾ ਆ ਇਸ ਸੰਘਰਸ਼ ਨੂੰ ਲੈ ਕੇ, ਕਿਉਂਕਿ ਨੌਜਵਾਨ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸੰਘਰਸ਼ ਦੇ ਵਿੱਚ? ਬਿਲਕੁਲ ਸਰ, ਨੌਜਵਾਨ ਆਪਣੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦੀ ਸਮਝ ਨੂੰ ਯੂਜ਼ ਕਰਕੇ ਆਪਣੇ ਜੋਸ਼, ਨੌਜਵਾਨ ਦਾ ਜੋਸ਼ ਔਰ ਬਜ਼ੁਰਗਾਂ ਦੀ ਸਮਝ, ਇਹ ਦੋ ਚੀਜ਼ਾਂ ਦੇ ਕੰਬੀਨੇਸ਼ਨ ਨਾਲ ਅਸੀਂ ਇਹ ਸੰਘਰਸ਼ ਚਲਾ ਰਹੇ ਹਾਂ ਔਰ ਇਹ ਅਸੀਂ ਹਮੇਸ਼ਾ ਚਲਾਉਂਦੇ ਰਵਾਂਗੇ। ਅੱਜ ਦਾ ਨੌਜਵਾਨ ਹੁਣ ਇਹ ਤਾਂ ਸਮਝ ਚੁੱਕਿਆ ਵੀ ਇਹ ਜਿਹੜੇ ਫਾਰਮਿੰਗ ਬਿਲਸ ਨੇ ਇਹ ਹਰੇਕ ਬੰਦੇ ਨੂੰ ਨੁਕਸਾਨ ਪਹੁੰਚਾਉਣਗੇ। ਕਿਸਾਨ ਤਾਂ ਕੱਲ ਨੂੰ ਫੇਰ ਆਪਣਾ ਉਗਾ ਕੇ ਖਾ ਲੈਣਗੇ, ਪਰ ਅਸੀਂ ਸ਼ਹਿਰੀ ਅਸੀਂ ਕਿੱਥੇ ਉਗਾਵਾਂਗੇ? ਸਾਡੇ ਤੋਂ ਮਤਲਬ ਜਿਹੜਾ ਸ਼ਹਿਰੀ ਬੰਦਾ ਉਹਦੇ ਲਈ ਖੇਤੀ ਕਰਨੀ ਬਹੁਤ ਔਖੀ ਆ। ਤੇ ਜੇ ਇੰਨੀ ਮਹਿੰਗਾਈ ਹੋ ਗਈ, ਜੇ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਤੁਸੀਂ ਸੋਚੋ 500 ਰੁਪਏ ਕਿਲੋ ਆਟਾ ਕੌਣ ਖਰੀਦੂਗਾ? ਨਾ ਬੰਦਾ ਇੰਡਸਟਰੀ ਚਲਾਉਣ ਜੋਗਾ, ਨਾ ਬੰਦਾ ਘਰ ਚਲਾਉਣ ਜੋਗਾ, ਨੌਕਰੀਆਂ ਤੋਂ ਵੀ ਬੰਦੇ ਜਾਣਗੇ। ਮਤਲਬ ਇਸ ਚੀਜ਼ ਦਾ ਨੁਕਸਾਨ ਹੀ ਨੁਕਸਾਨ ਆ। ਇਸ ਲਈ ਹੁਣ ਨੌਜਵਾਨ ਕੀ ਹਰ ਸ਼ਹਿਰੀ ਵਰਗ ਵੀ ਜਾਗ ਰਹੇ ਨੇ ਹੌਲੀ ਹੌਲੀ ਤੇ ਹੁਣ ਸਾਰੇ ਇਸ ਸੰਘਰਸ਼ ਨਾਲ ਜੁੜ ਰਹੇ ਨੇ। ਇਹਨਾਂ ਦਾ ਸੰਘਰਸ਼ ਕਿੱਧਰ ਨੂੰ ਜਾ ਰਿਹਾ? ਕਿਉਂਕਿ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਹੁਣ ਤੁਸੀਂ ਦੇਖਿਆ ਰਾਤ ਹਨੇਰੀ ਝੱਖੜ ਵੀ ਆਇਆ ਨਾ, ਟੈਂਟ ਕਈਆਂ ਦੇ ਪੱਟੇ ਗਏ ਉੱਥੇ ਜਿਹੜੇ ਲੱਗੇ ਹੋਏ ਸੀਗੇ ਨਾ ਸੰਘਰਸ਼ ਦੇ ਵਿੱਚ, ਕਈ ਸੱਟਾਂ ਵੀ ਲੱਗੀਆਂ ਨੇ। ਸੰਘਰਸ਼ ਜਿਹੜਾ ਆ ਤੇਜ਼ ਤਾਂ ਹੋ ਰਿਹਾ ਵਾ, ਲੇਕਿਨ ਇਹ ਸਰਕਾਰ ਦੀ ਜਿਹੜੇ ਆ ਕੰਨ ਤੇ ਜੂੰ ਨਹੀਂ ਸਰਕ ਰਹੀ। ਸਰ ਇਹ ਸੰਘਰਸ਼ ਇਸ ਟਾਈਮ ਉਹ ਬਾਲ ਵਰਗਾ ਜਿਹਨੂੰ ਜਿੰਨੀ ਜ਼ੋਰ ਦੀ ਥੱਲੇ ਸਿੱਟੂਗੇ ਉਨਾ ਜ਼ਿਆਦਾ ਉਹ ਬਾਉਂਸ ਬੈਕ ਕਰਦਾ। ਹੁਣ ਤੁਸੀਂ ਦੇਖਿਆ ਹੋਣਾ ਮੋਦੀ ਭਗਤਾਂ ਨੇ, ਬੀਜੇਪੀ ਵਾਲਿਆਂ ਨੇ ਕਿੰਨਾ ਕੁਝ ਕਿਹਾ, ਸਾਨੂੰ ਆਤੰਕਵਾਦੀ ਕਿਹਾ। ਹੁਣ ਆਹ ਦੇਖੋ ਇੱਥੇ ਮੇਰੇ ਬੋਰਡ ਤੇ ਲਿਖਿਆ ਪੀਸਫੁਲ ਪ੍ਰੋਟੈਸਟ ਇਜ਼ ਅ ਰਾਈਟ। ਪੀਸਫੁਲ ਪ੍ਰੋਟੈਸਟ ਕਰਨ ਵਾਲਾ ਤੁਸੀਂ ਦੱਸੋ ਆਤੰਕਵਾਦੀ ਹੋਊਗਾ? ਤੇ ਇਸ ਲਈ ਸੰਘਰਸ਼ ਤਾਂ ਬਿਲਕੁਲ ਚੜ੍ਹਦੀ ਕਲਾ 'ਚ ਆ ਔਰ ਹੋਰ ਵੀ ਚੜ੍ਹਦੀ ਕਲਾ 'ਚ ਰਹੂਗਾ। ਅੱਜ ਅਸੀਂ ਲੁਧਿਆਣੇ ਦਾ ਮੋਰਚਾ ਬਹੁਤ ਟਾਈਮ ਬਾਅਦ ਸ਼ੁਰੂ ਕੀਤਾ ਕਿਉਂਕਿ ਕੋਵਿਡ ਕਰਕੇ ਅਸੀਂ ਨਹੀਂ ਸੀ ਚਾਹੁੰਦੇ ਵੀ ਕੋਈ ਨੁਕਸਾਨ ਹੋਵੇ ਕਿਸੇ ਦਾ। ਵੀ ਸੀਗੀਆਂ ਬਿਲਕੁਲ ਰਿਸਟ੍ਰਿਕਸ਼ਨਸ ਵੀ ਸੀਗੀਆਂ। ਅਸੀਂ ਲਾਅ ਅਬਾਈਡਿੰਗ ਸਿਟੀਜ਼ਨਸ ਆ। ਉੱਥੇ ਜਿੰਨੇ ਕਿਸਾਨ ਬੈਠੇ ਨੇ ਸਾਰੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ। ਕੱਲ ਮੈਂ ਦੇਖ ਰਿਹਾ ਸੀਗਾ ਰਾਜੇਵਾਲ ਸਾਹਿਬ ਕਿਸੇ ਕੋਈ ਇਕੱਠ ਨੂੰ ਸੰਬੋਧਨ ਕਰ ਰਹੇ ਸੀ, ਪਰ ਸਾਰੇ ਸੋਸ਼ਲ ਡਿਸਟੈਂਸਿੰਗ ਨਾਲ ਬੈਠੇ ਸੀਗੇ। ਪਰ ਉੱਥੇ ਜਿੱਥੇ ਬੰਗਾਲ ਦੀਆਂ ਰੈਲੀਜ਼ ਦੀਆਂ ਮੈਂ ਵੀਡੀਓਜ਼ ਦੇਖਾਂ ਤਾਂ ਉੱਥੇ ਇਹ ਸਾਰੇ ਲੀਡਰ ਆਪਣੇ ਫੇਸਬੁੱਕ ਪੇਜਿਸ ਤੋਂ ਲਾਈਵ ਹੋ ਕੇ ਕਿਵੇਂ ਬੰਦੇ ਦੇ ਬੰਦਾ ਚੜਿਆ ਹੋਇਆ ਸੀ। ਮੇਰੇ ਹਿਸਾਬ ਨਾਲ ਜਿਹੜਾ ਕੋਵਿਡ ਫੈਲਿਆ ਉਹ ਬੰਗਾਲ ਤੋਂ ਫੈਲਿਆ। ਇਹ ਨਾਮ ਹੁਣ ਕਿਸਾਨਾਂ ਦਾ ਲਾ ਰਹੇ ਨੇ। ਤੇ ਹੁਣ ਫਿਰ ਜਿਹੜੇ ਪੰਜਾਬ ਦੇ ਨੌਜਵਾਨ ਨੇ ਜੋ ਘਰਾਂ ਦੇ ਵਿੱਚ ਬੈਠੇ ਹੋਏ ਨੇ ਜਾਂ ਜਿਨ੍ਹਾਂ ਨੂੰ ਇਸ ਸੰਘਰਸ਼ ਨਾਲ ਕੋਈ ਮਤਲਬ ਨਹੀਂ ਹੈਗਾ ਫਿਲਹਾਲ, ਜੋ ਰੱਖਦੇ ਨੇ ਕੀ ਇਦਾਂ ਦੀ ਮੈਂਟੈਲਿਟੀ ਰੱਖਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਸਰ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਕਿਸਾਨ 6 ਮਹੀਨੇ ਤੋਂ ਵੱਧ ਉਹਨਾਂ ਨੇ ਪੂਰੀ ਠੰਡ ਹੰਢਾਈ, ਹੁਣ ਪੂਰੀ ਗਰਮੀ 'ਚ ਵੀ ਉੱਥੇ ਸੜਕ ਤੇ ਬੈਠੇ ਨੇ। ਇੱਕ ਨਾ ਪ੍ਰੈਕਟੀਕਲ ਚੀਜ਼ ਕਰਕੇ ਦੇਖ ਲੈਣ, 3 ਜਾਂ 4 ਦਿਨ ਆਪਣੇ ਘਰੋਂ ਬਾਹਰ 5 ਸਟਾਰ ਹੋਟਲ ਜਾਂ 7 ਸਟਾਰ ਹੋਟਲ 'ਚ ਰਹਿ ਕੇ ਦੇਖ ਲੈਣ। 3-4 ਦਿਨ ਬਾਅਦ ਬੰਦੇ ਨੂੰ ਹੋਮ ਸਿਕਨੈਸ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ, ਚਾਹੇ ਜਿੰਨੀਆਂ ਮਰਜ਼ੀ ਲੱਖ ਫੈਸਿਲਿਟੀਜ਼ ਹੋਣ, ਘਰ ਘਰ ਹੀ ਹੁੰਦਾ। ਅੱਜ ਉਹ 6 ਮਹੀਨੇ ਤੋਂ ਵੱਧ ਕਿਸਾਨ ਉੱਥੇ ਬੈਠੇ ਨੇ ਤਾਂ ਉਹ ਬੈਠੇ ਅੱਜ ਸਿਰਫ ਫਾਰਮਿੰਗ ਬਿਲਸ ਲਈ ਨੇ, ਅੱਜ ਪੂਰੇ ਇੰਡੀਆ ਨੂੰ ਬਚਾਉਣ ਲਈ ਉਹ ਬੈਠੇ ਨੇ। ਤਾਂ ਹਰੇਕ ਬੰਦੇ ਨੂੰ ਇੱਥੇ ਨਿਕਲਣਾ ਚਾਹੀਦਾ। ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਮੈਂ ਕਹਿੰਦਾ ਲੁਧਿਆਣੇ, ਐਟਲੀਸਟ ਲੁਧਿਆਣੇ ਸ਼ਹਿਰ ਨੂੰ ਤਾਂ ਮੈਂ ਅਪੀਲ ਕਰ ਸਕਦਾ ਵੀ ਸਾਨੂੰ ਆ ਕੇ ਜੁਆਇਨ ਕਰੋ ਇੱਥੇ ਤੇ ਸਾਡੇ ਨਾਲ ਜੁੜੋ ਤਾਂ ਕਿ ਇਸ ਸੰਘਰਸ਼ ਨੂੰ ਆਪਾਂ ਹੋਰ ਤੇਜ਼ ਕਰ ਸਕੀਏ ਔਰ ਉਹਨਾਂ ਨੂੰ ਫਾਰਮਰਸ ਦੀ ਸਪੋਰਟ ਬਣੀਏ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਘਰ ਵਾਪਸ ਜਾਣ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ। ਸੋ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਿਹੜੇ ਲੋਕ ਉਹ ਕਿਸਾਨਾਂ ਸਾਥ ਜ਼ਰੂਰ ਦੇ ਰਹੇ ਨੇ। ਹਰ ਇੱਕ ਦਾ ਰਾਈਟ ਹੈ ਪ੍ਰੋਟੈਸਟ ਕਰਨ ਦਾ, ਸਪੀਚ ਦੇਣ ਦਾ, ਹਰ ਇੱਕ ਦਾ ਜਿਹੜਾ ਹੱਕ ਹੁੰਦਾ ਆ। ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਸਾਨੂੰ ਬਹੁਤ ਸਾਰੇ ਹੱਕ ਮਿਲੇ ਨੇ ਔਰ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ, ਜੋ ਲੋਕ ਕਹਿੰਦੇ ਪ੍ਰੋਟੈਸਟ ਜਾਣਬੁੱਝ ਕੇ ਕੀਤੇ ਜਾ ਰਹੇ ਨੇ, ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿਉਂਕਿ
ਨੌਜਵਾਨ ਵੀ ਕਿਸਾਨਾਂ ਦੇ ਨਾਲ ਖੜੇ ਨੇ। ਕਿਸਾਨ ਤਾਂ ਸੀ ਇਸ ਅੰਦੋਲਨ ਦੇ ਵਿੱਚ, ਤਾਂ ਨੌਜਵਾਨ ਹੋ ਗਏ, ਬਜ਼ੁਰਗ ਹੋ ਗਏ, ਬੀਬੀਆਂ ਹੋ ਗਈਆਂ, ਹਰ ਕੋਈ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੈ। ਤਾਂ ਦੇਖਣਾ ਬਣਦਾ ਕਿੰਨੇ ਸਮਾਂ ਜਿਹੜਾ ਆ ਸਮੇਂ ਦੇ ਵਿੱਚ ਜਿਹੜੇ ਇਸ ਕਾਨੂੰਨਾਂ ਨੂੰ ਰੱਦ ਕੀਤਾ ਜਾਂਦਾ, ਕਿਉਂਕਿ ਬਾਰ-ਬਾਰ ਇਹਨਾਂ ਕਾਨੂੰਨ ਰੱਦ ਕਰਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ। ਸੋ ਵਧੇਰੀ ਅਪਡੇਟਸ ਜੁੜੇ ਹੋਣ ਦਾ ਟਾਈਮਸ ਨਾਲ ਕੈਮਰਾਮੈਨ ਤੋਂ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।